ਹਾਂਜੀ ਕੇਪੀਐਲ ਸਿਵਲ ਸੇਵਾਵਾਂ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਹੈ 27 ਅਪ੍ਰੈਲ 2022। ਰੋਜ਼ਾਨਾ ਦੀ ਤਰ੍ਹਾਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੋ ਅੱਜ ਦੀ ਜਿਹੜੀ ਸਾਡੀ ਪਹਿਲੀ ਖਬਰ ਆਈ ਹੈ ਉਹ ਹੈ ਨਿਊਨਤਮ ਸਮਰਥਨ ਮੁੱਲ ਨਾਲ ਸੰਬੰਧਿਤ। ਖਬਰ ਕੀ ਹੈ ਕਿ ਪੰਜਾਬ ਦੇ ਪ੍ਰਮੁੱਖ ਅਨਾਜ ਉਤਪਾਦਕ ਸੂਬੇ ਵਿੱਚ ਕਣਕ ਦੀ ਜਿਹੜੀ ਖਰੀਦ ਹੈ ਉਹ ਜਾਰੀ ਹੈ। ਇਸ ਦੇ ਲਈ ਚੱਲ ਰਹੇ ਸੀਜ਼ਨ ਵਿੱਚ ਨਿੱਜੀ ਖਰੀਦ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਜ਼ਿਆਦਾ ਰਹੀ ਹੈ, ਜਦੋਂ ਕਿ ਕਿਸਾਨਾਂ ਦਾ ਇਸ ਨਾਲ ਸੰਬੰਧਿਤ ਦਾਅਵਾ ਹੈ ਕਿ ਉਹਨਾਂ ਨੂੰ ਕੋਈ ਇਸ ਨਾਲ ਸੰਬੰਧਿਤ ਕੋਈ ਵਿੱਤੀ ਲਾਭ ਹੈ ਜਿਹੜਾ ਉਹ ਨਹੀਂ ਹੋਇਆ। ਆਓ ਅਸੀਂ ਜਾਣਦੇ ਹਾਂ ਘੱਟੋ ਘੱਟ ਸਮਰਥਨ ਮੁੱਲ ਬਾਰੇ, ਯਾਨੀ ਕਿ ਐਮਐਸਪੀ ਬਾਰੇ। ਘੱਟੋ ਘੱਟ ਸਮਰਥਨ ਮੁੱਲ ਖੇਤੀ ਕੀਮਤਾਂ ਵਿੱਚ ਕਿਸੇ ਵੀ ਤੇਜ਼ੀ ਨਾਲ ਗਿਰਾਵਟ ਦੇ ਵਿਰੁੱਧ ਖੇਤੀਬਾੜੀ ਉਤਪਾਦਕਾਂ ਨੂੰ ਬੀਮਾ ਕਰਨ ਦੇ ਲਈ ਭਾਰਤ ਸਰਕਾਰ ਦੁਆਰਾ ਮਾਰਕੀਟ ਦੇ ਵਿੱਚ ਦਖਲ ਅੰਦਾਜ਼ੀ ਦਾ ਇੱਕ ਰੂਪ ਹੈ। ਘੱਟੋ ਘੱਟ ਸਮਰਥਨ ਮੁੱਲ ਦਾ ਐਲਾਨ ਭਾਰਤ ਸਰਕਾਰ ਦੁਆਰਾ ਕੁਝ ਫਸਲਾਂ ਲਈ ਬਿਜਾਈ ਦੇ ਸੀਜ਼ਨ ਦੇ ਸ਼ੁਰੂ ਦੇ ਵਿੱਚ ਖੇਤੀਬਾੜੀ ਲਾਗਤਾਂ ਤੇ ਮੁੱਲ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਕੀਤਾ ਜਾਂਦਾ ਹੈ। ਐਮਐਸਪੀ ਭਾਰਤ ਸਰਕਾਰ ਵੱਲੋਂ ਉਤਪਾਦਕਾਂ ਕਿਸਾਨਾਂ ਨੂੰ ਬੰਪਰ ਉਤਪਾਦਨ ਦੇ ਸਾਲਾਂ ਦੌਰਾਨ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਤੋਂ ਬਚਾਉਣ ਦੇ ਲਈ ਤੈਅ ਕੀਤੀ ਗਈ ਇੱਕ ਕੀਮਤ ਹੈ। ਘੱਟੋ ਘੱਟ ਸਮਰਥਨ ਮੁੱਲ ਸਰਕਾਰ ਤੋਂ ਉਹਨਾਂ ਉਤਪਾਦਾਂ ਦੇ ਲਈ ਉਹ ਗਰੰਟੀ ਮੁੱਲ ਹੈ ਇੱਕ ਤਰ੍ਹਾਂ ਦੇ ਨਾਲ। ਇਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪਰੇਸ਼ਾਨੀ ਦੀ ਵਿਕਰੀ ਤੋਂ ਬਚਾਉਣਾ ਤੇ ਜਨਤਕ ਵੰਡ ਦੇ ਲਈ ਅਨਾਜ ਖਰੀਦਣਾ ਹੈ। ਜੇਕਰ ਬੰਪਰ ਉਤਪਾਦਨ ਅਤੇ ਬਾਜ਼ਾਰ ਵਿੱਚ ਕਮੀ ਕਾਰਨ ਜਿਣਸ ਦੀ ਜਿਹੜੀ ਬਾਜ਼ਾਰੀ ਕੀਮਤ ਹੈ ਘੋਸ਼ਿਤ ਉਸਦੀ ਘੋਸ਼ਣਾ ਘੱਟੋ ਘੱਟ ਮੁੱਲ ਤੋਂ ਹੇਠਲੇ ਪੱਧਰ ਤੇ ਆ ਜਾਂਦੀ ਹੈ, ਤੇ ਸਰਕਾਰੀ ਏਜੰਸੀਆਂ ਕਿਸਾਨਾਂ ਦੁਆਰਾ ਪੇਸ਼ ਕੀਤੀ ਗਈ ਪੂਰੀ ਮਾਤਰਾ ਨੂੰ ਘੋਸ਼ਿਤ ਘੱਟੋ ਘੱਟ ਮੁੱਲ ਦੇ ਆਧਾਰ ਤੇ ਜਿਹੜੀਆਂ ਉਹ ਖਰੀਦਦੀਆਂ। ਸਰਕਾਰ ਦੀ ਗੱਲ ਕਰੀਏ, ਸਰਕਾਰ ਦੀ ਕੀਮਤ ਸਮਰਥਨ ਨੀਤੀ ਖੇਤੀ ਉਤਪਾਦਕਾਂ ਨੂੰ ਖੇਤੀ ਕੀਮਤਾਂ ਦੇ ਵਿੱਚ ਕਿਸੇ ਵੀ ਤੇਜ਼ੀ ਨਾਲ ਗਿਰਾਵਟ ਦੇ ਵਿਰੁੱਧ ਬੀਮਾ ਪ੍ਰਦਾਨ ਕਰਨ ਦੇ ਲਈ ਨਿਰਦੇਸ਼ਿਤ ਹੈ। ਘੱਟੋ ਘੱਟ ਗਰੰਟੀ ਸ਼ੁਦਾ ਕੀਮਤਾਂ ਇੱਕ ਫਰਸ਼ ਨਿਰਧਾਰਿਤ ਕਰਨ ਦੇ ਲਈ ਜਿਹੜੀਆਂ ਉਹ ਤੈਅ ਕੀਤੀਆਂ ਜਾਂਦੀਆਂ, ਜਿਸ ਦੇ ਹੇਠਾਂ ਬਾਜ਼ਾਰ ਦੀਆਂ ਕੀਮਤਾਂ ਜਿਹੜੀਆਂ ਉਹ ਨਹੀਂ ਡਿੱਗ ਸਕਦੀਆਂ। 1970 ਦੇ ਦਹਾਕੇ ਦੀ ਗੱਲ ਕਰਦੇ ਆ ਤਾਂ ਇਸ ਦੇ ਅੱਧ ਤੱਕ ਸਰਕਾਰ ਨੇ ਦੋ ਤਰ੍ਹਾਂ ਦੀਆਂ ਪ੍ਰਕਾਸ਼ਿਤ ਜਿਹੜੀਆਂ ਕੀਮਤਾਂ ਉਹਨਾਂ ਦਾ ਐਲਾਨ ਕੀਤਾ ਸੀ। ਇੱਕ ਤਾਂ ਹੈ ਸਾਡੀ ਐਮਐਸਪੀ, ਇੱਕ ਹੈ ਖਰੀਦ ਕੀਮਤਾਂ। ਹੁਣ ਦੇਖੋ ਐਮਐਸਪੀ ਦੀ ਆਪਾਂ ਗੱਲ ਕਰਦੇ ਆ ਤਾਂ ਇਸਨੇ ਫਲੋਰ ਪ੍ਰਾਈਸ ਦੇ ਤੌਰ ਤੇ ਕੰਮ ਕੀਤਾ, ਸੰਚਾਲਨ ਕੀਤਾ, ਤੇ ਸਰਕਾਰ ਵੱਲੋਂ ਉਤਪਾਦਕਾਂ ਦੇ ਨਿਵੇਸ਼ ਦੇ ਨਾਲ ਸੰਬੰਧਿਤ ਫੈਸਲਿਆਂ ਦੀ ਲੰਮੀ ਮਿਆਦ ਦੀ ਗਰੰਟੀ ਦੀ ਪ੍ਰਕਿਰਤੀ ਦੇ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਇਸ ਨਾਲ ਭਰੋਸੇਯੋਗ ਉਹਨਾਂ ਦੀਆਂ ਜਿਹੜੀਆਂ ਜਿਣਸਾਂ ਦੀਆਂ ਕੀਮਤਾਂ ਸਰਕਾਰ ਵੱਲੋਂ ਤੈਅ ਕੀਤੇ ਗਏ ਪੱਧਰ ਤੋਂ ਹੇਠਾਂ ਨਹੀਂ ਆਉਣ ਦਿੱਤੀਆਂ ਜਾਣਗੀਆਂ, ਜਿੱਥੋਂ ਤੱਕ ਕਿ ਬੰਪਰ ਫਸਲ ਦੇ ਮਾਮਲੇ ਦੇ ਨਾਲ ਸੰਬੰਧਿਤ। ਹੁਣ ਇਸ ਤੇ ਵੀ ਜਿਹੜੀ ਇਹ ਚੀਜ਼ ਹੈ ਇਹ ਲਾਗੂ ਹੁੰਦੀ ਹੈ। ਕੀਮਤਾਂ ਖਰੀਦ ਦੀਆਂ ਕੀਮਤਾਂ ਸੌਣੀ ਹਾੜੀ ਦੇ ਅਨਾਜ ਦੀਆਂ ਕੀਮਤਾਂ ਸਨ, ਜਿਨ੍ਹਾਂ ਤੇ ਅਨਾਜ ਨੂੰ ਜਨਤਕ ਏਜੰਸੀਆਂ ਦੁਆਰਾ ਜਨਤਕ ਵੰਡ ਪ੍ਰਣਾਲੀ ਦੇ ਰਾਹੀਂ ਜਾਰੀ ਕਰਨ ਦੇ ਲਈ ਘਰੇਲੂ ਤੌਰ ਤੇ ਖਰੀਦਿਆ ਜਾਣਾ ਸੀਗਾ। ਵਾਢੀ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਜਿਹੜਾ ਇਸ ਦਾ ਐਲਾਨ ਹੈ ਜਿਹੜਾ ਉਹ ਕੀਤਾ ਗਿਆ ਸੀ। ਆਮ ਤੌਰ ਤੇ ਖਰੀਦ ਕੀਮਤ ਖੁੱਲੇ ਬਾਜ਼ਾਰ ਦੀ ਕੀਮਤ ਤੋਂ ਘੱਟ ਅਤੇ ਐਮਐਸਪੀ ਤੋਂ ਵੱਧ ਹੁੰਦੀ ਸੀਗੀ। ਐਲਾਨੀ ਜਾ ਰਹੀ ਦੋ ਸਰਕਾਰੀ ਕੀਮਤਾਂ ਦੀ ਇਹ ਨੀਤੀ ਝੋਨੇ ਦੇ ਮਾਮਲੇ ਦੇ ਵਿੱਚ 1973 ਦੀ ਗੱਲ ਕਰਦੇ ਹਾਂ 74 ਦੇ ਤੱਕ ਦੇ ਸਮੇਂ ਕੁਝ ਰੁਝੇਵਿਆਂ ਕਰਕੇ ਜਾਂ ਕੁਝ ਵਖਰੇਵਿਆਂ ਕਰਕੇ ਜਾਰੀ ਰਹੀ ਹੈ। ਕਣਕ ਦੇ ਮਾਮਲੇ ਦੀ ਵੀ ਆਪਾਂ ਗੱਲ ਕਰਦੇ ਹਾਂ, ਇਹ ਵੀ 1969 ਦੇ ਵਿੱਚ ਇਹ ਬੰਦ ਕਰ ਦਿੱਤਾ ਗਿਆ ਸੀ ਤੇ ਫਿਰ ਤੋਂ ਦੁਬਾਰਾ 1974 ਤੇ 75 ਦੇ ਵਿੱਚ 75 ਦੇ ਵਿੱਚ ਫਿਰ ਤੋਂ ਮੁੜ ਸੁਰਜੀਤ ਜਿਹੜਾ ਇਸ ਨੂੰ ਕੀਤਾ ਗਿਆ ਸੀ, ਕਿਉਂਕਿ 75-76 ਦੇ ਵਿੱਚ ਘੱਟੋ ਘੱਟ ਇਸ ਦਾ ਸਮਰਥਨ ਮੁੱਲ ਨੂੰ ਵਧਾਉਣ ਦੀਆਂ ਬਹੁਤ ਸਾਰੀਆਂ ਮੰਗਾਂ ਇਸ ਦੇ ਨਾਲ ਜੁੜ ਗਈਆਂ ਸਨ। ਇਸ ਲਈ ਮੌਜੂਦਾ ਪ੍ਰਣਾਲੀ ਵਿਕਸਿਤ ਕੀਤੀ ਗਈ ਸੀ, ਜਿਸ ਵਿੱਚ ਝੋਨੇ ਅਤੇ ਹੋਰ ਕੁਝ ਸੌਣੀ ਦੇ ਉਤਪਾਦ ਫਸਲਾਂ ਜਿਹੜੀਆਂ ਸੀਗੀਆਂ ਅਤੇ ਬਫਰ ਸਟਾਕ ਆਪਰੇਸ਼ਨਾਂ ਦੇ ਲਈ ਕਣਕ ਖਰੀਦਣ ਦੇ ਲਈ ਕੀਮਤਾਂ ਦੇ ਕੇਵਲ ਇੱਕ ਸੈੱਟ ਦਾ ਐਲਾਨ ਕੀਤਾ ਗਿਆ ਸੀਗਾ ਉਸ ਸਮੇਂ। ਹੁਣ ਘੱਟੋ ਘੱਟ ਸਮਰਥਨ ਮੁੱਲ ਦੇ ਪੱਧਰ ਤੇ ਅਤੇ ਹੋਰ ਗੈਰ ਕੀਮਤ ਉਪਾਵਾਂ ਦੇ ਸੰਬੰਧ ਦੇ ਵਿੱਚ ਸਿਫਾਰਸ਼ਾਂ ਤਿਆਰ ਕਰਨ ਦੇ ਵਿੱਚ ਕਮਿਸ਼ਨ ਕਿਸੇ ਵਿਸ਼ੇਸ਼ ਵਸਤੂਆਂ ਜਾਂ ਵਸਤੂ ਦੇ ਸਮੂਹ ਦੀ ਆਰਥਿਕਤਾ ਦੇ ਸਮੁੱਚੇ ਢਾਂਚੇ ਦੇ ਵਿਆਪਕ ਦ੍ਰਿਸ਼ਟੀਕੋਣ ਤੋਂ ਇਲਾਵਾ ਕੁਝ ਜਿਹੜੇ ਕਾਰਕ ਹੈ ਉਹਨਾਂ ਨੂੰ ਵੀ ਆਪਣੇ ਧਿਆਨ ਹਿੱਤਾ ਜਿਹੜਾ ਉਹ ਰੱਖਦਾ ਹੈ ਕਿ ਉਤਪਾਦਨ ਦੀ ਜਿਹੜੀ ਲਾਗਤ ਹੈ ਉਹ ਕਿੰਨੀ ਹੋਈ ਹੈ
ਇਨਪੁਟ ਕੀਮਤਾਂ ਜਿਹੜੀਆਂ ਉਹਨਾਂ ਦੇ ਵਿੱਚ ਤਬਦੀਲੀਆਂ ਜਾਂ ਆਊਟਪੁੱਟ ਇਨਪੁੱਟ ਕੀਮਤਾਂ ਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਕਿੰਨੀ ਕੁ ਸਮਾਨਤਾ ਹੈ, ਜਾਂ ਆਪਾਂ ਗੱਲ ਕਰਦੇ ਹਾਂ ਇੱਥੇ ਜਿੰਨੀਆਂ ਵੀ ਜਿਹੜੀਆਂ ਬਾਜ਼ਾਰ ਦੀਆਂ ਕੀਮਤਾਂ ਉਹਨਾਂ ਦਾ ਰੁਝਾਨ ਹੋ ਗਿਆ ਮੰਗ ਤੇ ਸਪਲਾਈ, ਅੰਤਰ ਫਸਲੀ ਮੁੱਲ ਦੀ ਸਮਾਨਤਾ, ਉਦਯੋਗਿਕ ਲਾਗਤ ਢਾਂਚੇ ਤੇ ਜਿਹੜੇ ਪਏ ਪ੍ਰਭਾਵ ਉਹਨਾਂ ਦਾ ਨਿਰੀਖਣ, ਰਹਿਣ ਸਹਿਣ ਦੀ ਲਾਗਤ ਉੱਤੇ ਪ੍ਰਭਾਵ, ਆਮ ਕੀਮਤ ਪੱਧਰ ਤੇ ਪ੍ਰਭਾਵ, ਅੰਤਰਰਾਸ਼ਟਰੀ ਕੀਮਤਾਂ ਦੀ ਸਥਿਤੀ ਜਾਂ ਅਦਾ ਕੀਤੀਆਂ ਗਈਆਂ ਕੀਮਤਾਂ ਤੇ ਕਿਸਾਨਾਂ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਕੀਮਤਾਂ ਦੇ ਵਿਚਕਾਰ ਸਮਾਨਤਾ। ਹੁਣ ਇਹ ਜ਼ਿਲ੍ਹਾ ਕਮਿਸ਼ਨ ਜ਼ਿਲ੍ਹਾ, ਰਾਜ ਜਾਂ ਦੇਸ਼ ਪੱਧਰ ਤੇ ਸੂਖਮ ਪੱਧਰ ਦੇ ਅੰਕੜਿਆਂ ਤੇ ਸਮੂਹਾਂ ਦੀ ਵਰਤੋਂ ਕਰਦਾ ਹੈ। ਕਮਿਸ਼ਨ ਦੁਆਰਾ ਵਰਤੀ ਗਈ ਕੁਝ ਜਾਣਕਾਰੀ ਹੈ, ਜਿਹੜਾ ਡੇਟਾ, ਇਸ ਦੇ ਵਿੱਚ ਹੋਰ ਵੀ ਜਿਹੜੀਆਂ ਕੁਝ ਗੱਲਾਂ ਹੈਗੀਆਂ ਉਹ ਸ਼ਾਮਿਲ ਕੀਤੀਆਂ ਗਈਆਂ ਹਨ। ਹੁਣ ਇਹ ਕਿਹੜੀਆਂ ਵੀ ਪ੍ਰਤੀ ਹੈਕਟੇਅਰ ਜਿਹੜੀ ਹੈ ਕਾਸ਼ਤ ਦੀ ਲਾਗਤ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਲਾਗਤਾਂ ਦਾ ਢਾਂਚਾ ਤੇ ਇਸ ਦੇ ਵਿੱਚ ਜਿਹੜੀਆਂ ਕੀ ਤਬਦੀਲੀਆਂ, ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਪ੍ਰਤੀ ਕੁਇੰਟਲ ਉਤਪਾਦਨ ਦੀ ਲਾਗਤ ਤੇ ਉਸ ਨਾਲ ਸੰਬੰਧਿਤ ਤਬਦੀਲੀਆਂ, ਵੱਖ-ਵੱਖ ਇਨਪੁਟਾਂ ਦੀਆਂ ਕੀਮਤਾਂ, ਇਸ ਨਾਲ ਸੰਬੰਧਿਤ ਤਬਦੀਲੀਆਂ, ਉਤਪਾਦਾਂ ਦੀ ਬਾਜ਼ਾਰੀ ਜਿਹੜੀ ਕੀਮਤੀ ਹੈ, ਬਾਜ਼ਾਰੀ ਵਿਕਰੀ ਹੈ, ਉਹਨਾਂ ਦੇ ਵਿੱਚ ਅਗਰ ਤਬਦੀਲੀਆਂ ਆਉਂਦੀਆਂ, ਕਿਸਾਨਾਂ ਦੁਆਰਾ ਵੇਚੀਆਂ ਗਈਆਂ ਜਿਣਸਾਂ ਤੇ ਉਹਨਾਂ ਦੁਆਰਾ ਖਰੀਦੀਆਂ ਗਈਆਂ ਵਸਤਾਂ ਦੀਆਂ ਕੀਮਤਾਂ, ਉਹਨਾਂ ਨਾਲ ਸੰਬੰਧਿਤ ਤਬਦੀਲੀਆਂ, ਸੰਬੰਧਿਤ ਜਾਣਕਾਰੀ ਸਪਲਾਈ, ਖੇਤਰ, ਉਪਜ ਅਤੇ ਉਤਪਾਦਨ, ਆਯਾਤ ਨਿਰਯਾਤ ਅਤੇ ਘਰੇਲੂ ਉਪਲਬਧਤਾ ਤੇ ਸਰਕਾਰੀ ਜਾਂ ਜਨਤਕ ਅਦਾਰਿਆਂ ਦੀ ਗੱਲ ਇੱਥੇ ਕਰਦੇ ਆਪਾਂ, ਜੇ ਉਦਯੋਗਿਕ ਦੇ ਕੋਲ ਜਾਂ ਕੋਈ ਸਟਾਕ ਦੇ ਨਾਲ ਸੰਬੰਧਿਤ, ਮੰਗ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ, ਪ੍ਰੋਸੈਸਿੰਗ ਉਦਯੋਗ ਦੀ ਕੁੱਲ ਜਿਹੜੀ ਇੰਡਸਟਰੀ ਹੈ ਇਸ ਦੀ ਕੁੱਲ ਅਤੇ ਪ੍ਰਤੀ ਵਿਅਕਤੀ ਖਪਤ ਰੁਝਾਨ ਅਤੇ ਸਮਰੱਥਾ। ਹੁਣ ਦੇਖੋ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤਾਂ ਤੇ ਇਸ ਦੇ ਵਿੱਚ ਅਗਰ ਤਬਦੀਲੀਆਂ ਆਉਣੀਆਂ ਉਹਨਾਂ ਨੂੰ ਵੀ ਮਾਪਣਾ, ਉਹਨਾਂ ਜਿਹੜੀਆਂ ਉਹਨਾਂ ਦੇ ਧਿਆਨ ਜਿਹੜਾ ਉਹ ਰੱਖਿਆ ਜਾਵੇਗਾ। ਵਿਸ਼ਵ ਬਾਜ਼ਾਰ ਦੇ ਵਿੱਚ ਮੰਗ ਤੇ ਸਪਲਾਈ ਦੀ ਜਿਹੜੀ ਕੀ ਸਟੇਟਸ ਚੱਲਦਾ, ਕੀ ਸਥਿਤੀ ਚੱਲਦੀ ਹੈ, ਖੇਤੀ ਉਤਪਾਦਕਾਂ ਜਿਵੇਂ ਖੰਡ ਹੋ ਗਿਆ, ਗੁੜ, ਜੂਟ ਦੀਆਂ ਵਸਤਾਂ, ਖਾਣਯੋਗ, ਗੈਰ ਖਾਣਯੋਗ ਵਾਲੇ ਤੇਲ ਤੇ ਸੂਤੀ ਧਾਗੇ ਦੇ ਜਿੰਨੇ ਵੀ ਮਤਲਬ ਇਸ ਨਾਲ ਸੰਬੰਧਿਤ ਜੇ ਕੋਈ ਕੀਮਤਾਂ ਦੇ ਵਿੱਚ ਗਿਰਾਵਟ ਆਉਂਦੀ ਹੈ ਜਾਂ ਵਾਧਾ ਆਉਂਦਾ, ਇਹਨਾਂ ਦੀਆਂ ਗੱਲਾਂ ਤੇ ਜਿਹੜੀਆਂ ਹੈਗੀਆਂ ਉਹਨਾਂ ਦਾ ਧਿਆਨ ਕਰਨਾ। ਖੇਤੀ ਉਤਪਾਦਕਾਂ ਦੀ ਪ੍ਰੋਸੈਸਿੰਗ ਦੀ ਲਾਗਤ ਤੇ ਉਹਨਾਂ ਦੀਆਂ ਤਬਦੀਲੀਆਂ, ਮੰਡੀਕਰਨ ਦੀ ਲਾਗਤ, ਉਹਨਾਂ ਦੀ ਸਟੋਰੇਜ, ਆਵਾਜਾਈ, ਪ੍ਰੋਸੈਸਿੰਗ, ਮਾਰਕੀਟਿੰਗ ਸੇਵਾਵਾਂ ਹੋ ਗਈਆਂ, ਬਾਜ਼ਾਰ ਦੇ ਕਾਰਕੁਨਾਂ ਦੁਆਰਾ ਰੱਖੇ ਗਏ ਹਾਸ਼ੀਏ, ਇਹਨਾਂ ਦਾ ਜਿਹੜਾ ਹੈ ਜਾਇਜ਼ਾ ਲੈਣਾ। ਮੈਕਰੋ ਆਰਥਿਕ ਪ੍ਰਵਰਤਨਾਂ ਜਿਵੇਂ ਕੀਮਤਾਂ ਦੀ ਪੱਧਰ ਤੇ ਜਿਹੜਾ ਲੈਵਲ ਆ ਉਹ ਕਿੰਨਾ ਕੁ ਚੱਲਦਾ, ਕਿੰਨਾ ਕੁ ਵਾਧਾ ਹੋਇਆ ਜਾਂ ਉਸ ਦੇ ਵਿੱਚ ਕਿੰਨਾ ਕੁ ਵਿਘਟਨ ਹੋਇਆ, ਉਪਭੋਗਤਾ ਮੁੱਲ ਸੂਚਕ ਅੰਕ, ਮੁਦਰਾ ਜਾਂ ਵਿੱਤੀ ਕਾਰਕਾਂ ਨੂੰ ਦਰਸਾਉਣ ਵਾਲੇ ਜਿਹੜੇ ਸੰਬੰਧਿਤ ਕਾਰਕ। ਹੁਣ ਦੇਖੋ ਸਰਕਾਰ ਨੇ 22 ਲਾਜ਼ਮੀ ਫਸਲਾਂ ਦੇ ਲਈ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਅਤੇ ਗੰਨੇ ਦੇ ਲਈ ਵਾਜਬ ਅਤੇ ਲਾਭਕਾਰੀ ਮੁੱਲ ਦਾ ਐਲਾਨ ਕੀਤਾ ਹੈ। ਲਾਜ਼ਮੀ ਫਸਲਾਂ ਸੋਣੀ ਦੇ ਮੌਸਮ ਦੀਆਂ ਜਿਹੜੀਆਂ 14 ਫਸਲਾਂ, ਹਾੜੀ ਦੀਆਂ 6 ਤੇ ਹੋਰ ਵਪਾਰਕ ਫਸਲਾਂ ਇਸ ਦੇ ਵਿੱਚ ਸ਼ਾਮਿਲ ਹੈ। ਇਸ ਤੋਂ ਇਲਾਵਾ ਤੋਰੀਆ ਹੋ ਗਿਆ, ਡੀ ਹਸਕਡ ਹੋ ਗਿਆ, ਦੇ ਨਾਰੀਅਲ ਦੇ ਜਿਹੜਾ ਹੈਗਾ MSP ਨੂੰ ਕਰਮਵਾਰ, ਇਹਨਾਂ ਦੇ ਵਿੱਚ ਵੀ ਮਤਲਬ ਕਾਫੀ ਜਿਹੜੇ ਆਧਾਰਿਤ ਜਿਹੜੀਆਂ ਫਸਲਾਂ ਹੈਗੀਆਂ ਇਹਨਾਂ ਦਾ ਵੇਰਵਾ ਹੈਗਾ ਕੁਝ ਇਸ ਪ੍ਰਕਾਰ ਹੈ। ਜਿਵੇਂ ਅਨਾਜ ਹੋ ਗਿਆ, ਅਨਾਜ ਦੀਆਂ ਜਿਹੜੀਆਂ ਕਿਹੜੀਆਂ 7 ਕਿਸਮਾਂ ਇਸ ਦੇ ਵਿੱਚ ਆਪਾਂ ਲੈਂਦੇ ਆ, ਇਸ ਦਾ ਵੇਰਵਾ ਦਿੱਤਾ ਗਿਆ। ਝੋਨਾ, ਕਣਕ ਹੋ ਗਏ, ਜੌਂ, ਜਵਾਰ, ਬਾਜਰਾ, ਮੱਕੀ, ਰਾਗੀ, ਦਾਲਾਂ ਹੋ ਗਈਆਂ, ਤੇਲ ਬੀਜ ਨਾਲ ਸੰਬੰਧਿਤ ਜਿਹੜੇ ਹੈਗੇ ਆ ਉਤਪਾਦ ਹੋ ਗਏ, ਕੱਚੀ ਕਪਾਹ ਹੋ ਗਈ ਅਤੇ ਹੋਰ ਵੀ ਜਿਹੜੀਆਂ ਫਸਲਾਂ ਦੀ ਅਨੁਸੂਚੀ ਹੈ ਜਿਹੜੀ ਉਹ ਸ਼ਾਮਿਲ ਕੀਤੀ ਗਈ ਹੈ। ਸੋ ਇਹ ਸੀਗੀ ਅੱਜ ਦੀ ਸਾਡੀ ਜਿਹੜੀ ਪਹਿਲੀ ਖਬਰ ਆਈ ਹੈ, ਉਹ ਹੈਗੀ ਸੀਗੀ ਨਿਊਨਤਮ ਸਮਰਥਨ ਮੁੱਲ ਬਾਰੇ ਯਾਨੀ ਕਿ MSP ਬਾਰੇ। ਹੁਣ ਦੇਖੋ ਜਿਹੜੀ ਦੂਜੀ ਖਬਰ ਆਈ ਹੈ ਉਹ ਹੈ ਪੀਲੇ ਵੈਸਟ ਦੇ ਵਿਰੋਧ ਪ੍ਰਦਰਸ਼ਨ। ਹੁਣ ਦੇਖੋ ਕੀ ਹੈ ਕਿ ਗਲੇਟਸ ਜੋਨਸ ਅੰਦੋਲਨ ਦੀ ਅਗਵਾਈ ਕਿਸੇ ਯੂਨੀਅਨ ਜਾਂ ਰਾਜਨੀਤਿਕ ਪਾਰਟੀ ਦੁਆਰਾ ਨਹੀਂ ਕੀਤੀ ਗਈ ਸੀ ਤੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨੂੰ ਸਪਸ਼ਟ ਤੌਰ ਤੇ ਬਿਆਨ ਨਹੀਂ ਸੀ ਕੀਤਾ ਗਿਆ। ਕੁਝ ਟੈਕਸ ਜਿਹੜੇ ਕਿ ਇੰਧਨ ਤੇ ਲੱਗੇ ਉਹਨਾਂ ਦੇ ਵਿੱਚ ਉਹ ਕਟੌਤੀ ਕਰਨੀ ਚਾਹੁੰਦੇ ਸਨ, ਕੁਝ ਟੈਕਸਾਂ ਦੇ ਵਿੱਚ ਉਹ ਵਾਧਾ ਕਰਨਾ ਚਾਹੁੰਦੇ ਸਨ ਜੋ ਕਿ ਅਮੀਰਾਂ ਦੇ ਲਈ ਸਨ, ਅਮੀਰਾਂ ਤੇ ਲਾਗੂ ਕਰਨਾ ਚਾਹੁੰਦੇ ਸਨ ਅਤੇ ਕੁਝ ਹੋਰ ਜਨਤਕ ਦੇ ਨਾਲ ਸੰਬੰਧਿਤ ਸਨ। ਉਹਨਾਂ ਤੇ ਵੀ ਜਿਹੜੀ ਕਾਰਵਾਈ ਉਹ ਚਾਹੁੰਦੇ ਸਨ। ਸੇਵਾਵਾਂ ਤੇ ਕੁਝ ਵਧੇਰੇ ਉਧਾਰ ਰਾਜ ਲਾਭ ਚਾਹੁੰਦੇ ਸਨ, ਕੁਝ ਇੱਕ ਮਜ਼ਬੂਤ ਰਾਸ਼ਟਰਪਤੀ ਚਾਹੁੰਦੇ ਸਨ ਤੇ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਉਹ ਉਹਨਾਂ ਦੇ ਹਿੱਤਾਂ ਦੇ ਨਾਲ ਜਿਹੜੇ ਲਾਭਕਾਰੀ ਹਿੱਤ ਸੀਗੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸਨ। ਆਓ ਅਸੀਂ ਜਾਣਦੇ ਹਾਂ ਯੈਲੋ ਵੈਸਟ ਦੇ ਵਿਰੋਧ ਪ੍ਰਦਰਸ਼ਨ ਬਾਰੇ। ਹੁਣ ਦੇਖੋ
ਯੈਲੋ ਵੈਸਟਾਂ ਦੇ ਵਿਰੋਧ ਪ੍ਰਦਰਸ਼ਨ ਜਾਂ ਯੈਲੋ ਜੈਕਟਾਂ ਦੇ ਵਿਰੋਧ ਪ੍ਰਦਰਸ਼ਨ ਫਰਾਂਸ ਦੇ ਵਿੱਚ ਪਹਿਲਾ ਆਰਥਿਕ ਨਿਆਂ ਦੇ ਲਈ ਅਤੇ ਬਾਅਦ ਦੇ ਵਿੱਚ ਸੰਸਥਾਗਤ ਰਾਜਨੀਤਿਕ ਸੁਧਾਰਾਂ ਦੇ ਲਈ, ਜੋ ਕਿ 17 ਨਵੰਬਰ 2018 ਨੂੰ ਫਰਾਂਸ ਦੇ ਵਿੱਚ ਸ਼ੁਰੂ ਹੋਇਆ, ਫਰਾਂਸ ਤੋਂ ਸ਼ੁਰੂ ਹੋਇਆ। ਇਸ ਦੇ ਵਿੱਚ ਲੋਕ ਲਭਾਊ ਹਫ਼ਤਾਵਾਰੀ ਵਿਰੋਧ ਪ੍ਰਦਰਸ਼ਨ ਦੀ ਇੱਕ ਲੜੀ ਸਾਡੇ ਸਾਹਮਣੇ ਉੱਭਰ ਕੇ ਆਈ ਸੀਗੀ। ਮਈ 2018 ਦੇ ਵਿੱਚ ਪੋਸਟ ਕੀਤੀ ਗਈ ਇੱਕ ਆਨਲਾਈਨ ਪਟੀਸ਼ਨ ਦੇ ਵਿੱਚ ਲਗਭਗ 1 ਬਿਲੀਅਨ ਜਿਹੜੇ ਸਾਈਨ ਦਸਤਖਤਾਂ ਨੂੰ ਆਕਰਸ਼ਿਤ ਕਰਨ ਤੋਂ ਬਾਅਦ 17 ਨਵੰਬਰ ਨੂੰ ਜਨਤਕ ਸਾਹਮਣੇ ਜਿਹੜੇ ਪ੍ਰਦਰਸ਼ਨ ਇਸ ਨਾਲ ਸੰਬੰਧਿਤ ਹੋਣੇ ਉਹ ਸ਼ੁਰੂ ਹੋ ਗਏ ਸਨ। ਇਹ ਅੰਦੋਲਨ ਸ਼ੁਰੂ ਦੇ ਵਿੱਚ ਕੱਚੇ ਤੇਲ ਅਤੇ ਇੰਧਣ ਦੀਆਂ ਵੱਧਦੀਆਂ ਕੀਮਤਾਂ, ਰਹਿਣ ਸਹਿਣ ਦੀ ਉੱਚ ਲਾਗਤ ਅਤੇ ਆਰਥਿਕ ਅਸਮਾਨਤਾ ਤੋਂ ਪ੍ਰੇਰਿਤ ਸੀਗਾ ਤੇ ਇਹ ਦਾਅਵਾ ਕਰਦਾ ਹੈ ਕਿ ਫਰਾਂਸ ਦੇ ਵਿੱਚ ਟੈਕਸਾਂ ਦਾ ਇੱਕ ਅਸਾਧਾਰਨ ਬੋਝ ਕੰਮਕਾਜੀ ਅਤੇ ਮੱਧ ਵਰਗ ਦੇ ਉੱਤੇ ਪੈ ਰਿਹਾ ਸੀਗਾ। ਖਾਸ ਕਰਕੇ ਆਪਾਂ ਗੱਲ ਕਰਦੇ ਹਾਂ ਪੇਂਡੂ ਅਤੇ ਪੇਰੀ ਅਰਬਨ ਖੇਤਰਾਂ ਦੇ ਵਿੱਚ ਇਸ ਦਾ ਜ਼ਿਆਦਾ ਪ੍ਰਭਾਵ ਰਿਹਾ। ਸੋ ਇਹ ਸੀਗੀ ਸਾਡੀ ਅੱਜ ਦੀ ਦੂਜੀ ਖਬਰ, ਪੀਲੇ ਵੈਸਟ ਵਿਰੋਧ ਦੇ ਪ੍ਰਦਰਸ਼ਨ ਦੇ ਬਾਰੇ। ਤੀਜੀ ਖਬਰ ਜਿਹੜੀ ਸਾਡੇ ਕੋਲ ਆਈ ਹੈ ਉਹ ਹੈ UNSC ਦੇ ਨਾਲ ਸੰਬੰਧਿਤ। ਇਸ ਦੇ ਵਿੱਚ ਵੀਟੋ ਪਾਵਰ ਦਾ ਜਿਹੜਾ ਕੀ ਰੋਲ ਹੈ। ਦੇਖੋ ਖਬਰ ਕੀ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੇ 193 ਮੈਂਬਰਾਂ ਨੇ ਮੰਗਲਵਾਰ ਨੂੰ ਆਮ ਸਹਿਮਤੀ ਦੇ ਨਾਲ ਇੱਕ ਮਤਾ ਪਾਸ ਕੀਤਾ, ਜਿਸ ਵਿੱਚ ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰਾਂ ਨੂੰ ਵੀਟੋ ਦੀ ਵਰਤੋਂ ਨੂੰ ਜਾਇਜ਼ ਠਹਿਰਾਉਣ ਦੀ ਲੋੜ ਨਾਲ ਸੰਬੰਧਿਤ ਜਿਹੜੇ ਵਿਚਾਰ ਚਰਚਾ ਉਹ ਕੀਤੀ ਗਈ ਸੀਗੀ। ਹੁਣ ਦੇਖੋ ਵੀਟੋ ਪਾਵਰ ਦੀ ਇੱਥੇ ਗੱਲ ਕਰਦੇ ਹਾਂ ਤਾਂ ਸੁਧਾਰ ਦੇ ਲਈ ਜ਼ੋਰ, ਜਿਸ ਦਾ ਚੈਂਬਰ ਦੇ ਵਿੱਚ ਤਾੜੀਆਂ ਦੇ ਨਾਲ ਸਵਾਗਤ ਕੀਤਾ ਗਿਆ ਸੀ, ਉਸ ਨੂੰ ਰੂਸ ਦੇ ਯੂਕਰੇਨ ਤੇ ਹਮਲੇ ਨਾਲ ਮੁੜ ਸੁਰਜੀਤ ਜਿਹੜਾ ਉਹ ਕਰ ਦਿੱਤਾ ਗਿਆ ਸੀ। ਹੁਣ ਇਸ ਉਪਾਅ ਦਾ ਉਦੇਸ਼ ਸੀਗਾ ਕਿ ਵੀਟੋ ਧਾਰਕਾਂ ਨੂੰ ਸੰਯੁਕਤ ਰਾਜ ਅਮਰੀਕਾ, ਚੀਨ, ਰੂਸ, ਫਰਾਂਸ, ਬ੍ਰਿਟੇਨ ਨੂੰ ਉੱਚ ਰਾਜਨੀਤਿਕ ਕੀਮਤ ਹੈ ਜਿਹੜਾ ਉਹ ਅਦਾ ਕਰਨਾ, ਲਕਸ਼ ਇਹ ਬਣਾਉਣਾ ਜਦੋਂ ਕਿ ਉਹ ਸੁਰੱਖਿਆ ਪਰਿਸ਼ਦ ਦੇ ਮਤੇ ਨੂੰ ਰੱਦ ਕਰਨ ਦੇ ਲਈ ਵੀਟੋ ਦੀ ਵਰਤੋਂ ਇਸ ਨਾਲ ਸੰਬੰਧਿਤ ਕਰਦੇ ਹਨ। ਇੱਕ ਰਾਜਦੂਤ ਨੇ ਕਿਹਾ ਕਿ ਜਿਸ ਨੇ ਕਿਹਾ ਕਿ ਜਿਹੜਾ ਮੇਰਾ ਨੇਮ ਹੈ ਉਹ ਨਾ ਪ੍ਰਦਰਸ਼ਿਤ ਹੈ ਜਿਹੜਾ ਉਹ ਕੀਤਾ ਜਾਵੇ। ਹੁਣ ਇਹ ਅਸਪਸ਼ਟ ਹੈ ਕਿ ਇਹ 5 ਸਥਾਈ ਮੈਂਬਰ ਵੀਟੋ ਦੀ ਘੱਟ ਜਾਂ ਵਧੇਰੇ ਵਰਤੋਂ ਕਰਨਗੇ, ਕਿਉਂਕਿ ਉਹ ਵਿਵਾਦਪੂਰਨ ਲਿਖਤਾਂ ਦਾ ਪ੍ਰਸਤਾਵ ਦੇ ਸਕਦੇ ਹਨ ਤੇ ਉਹ ਜਾਣਦੇ ਹੈ ਕਿ ਉਹਨਾਂ ਦੇ ਵਿਰੋਧੀ ਵੀਟੋ ਨੂੰ ਸਿਰਫ ਉਹਨਾਂ ਨੂੰ ਜਨਤਕ ਤੌਰ ਤੇ ਆਪਣਾ ਰੁਖ ਨੂੰ ਜਾਇਜ਼ ਠਹਿਰਾਉਣ ਦੇ ਲਈ ਮਜ਼ਬੂਤ ਕਰਨ ਦੇ ਲਈ ਜਿਹੜੀ ਵੀਟੋ ਪਾਵਰ ਹੈ ਉਸਦਾ ਯੂਜ਼ ਕਰਨਗੇ, ਵਰਤੋਂ ਕਰਨਗੇ। ਪਹਿਲੀ ਵਾਰ 2 ਸਾਲ ਪਹਿਲਾਂ ਪ੍ਰਸਤਾਵਿਤ ਇਸ ਉਪਾਅ ਦੇ ਵਿੱਚ ਵੀਟੋ ਤੋਂ ਬਾਅਦ 10 ਕੰਮਕਾਜੀ ਦਿਨਾਂ ਦੇ ਅੰਦਰ ਜਨਰਲ ਅਸੈਂਬਲੀ ਬੁਲਾਉਣ ਦੀ ਜਿਹੜੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਸਥਿਤੀ ਅਤੇ ਇਸ ਨਾਲ ਸੰਬੰਧਿਤ ਬਹਿਸ ਕੀਤੀ ਜਾ ਸਕੇ ਕਿ ਵੀਟੋ ਕਿਸ ਤਰ੍ਹਾਂ ਜਿਹੜੀ ਹੈ ਉਹ ਟੈਸਟ ਕੀਤੀ ਗਈ ਸੀਗੀ। ਹੁਣ ਲਗਭਗ 100 ਦੇਸ਼ ਇਸ ਸੁਧਾਰ ਨੂੰ ਸਹਿ ਸਪਾਂਸਰ ਕਰਨ ਦੇ ਵਿੱਚ ਜਿਹੜੇ ਆਪਣੇ ਜਿਹੜੇ ਸ਼ਾਮਿਲ ਹੋਏ ਹੈ, ਜਿਨ੍ਹਾਂ ਦੇ ਵਿੱਚ ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ, ਫਰਾਂਸ ਵੀ ਜਿਹੜੇ ਸ਼ਾਮਿਲ ਸਨ। ਹੁਣ ਹਾਲਾਂਕਿ ਨਾ ਤਾਂ ਰੂਸ ਤੇ ਨਾ ਹੀ ਚੀਨ ਇਸ ਦੇ ਵਿੱਚ ਸ਼ਾਮਿਲ ਹੈ, ਇਹਨਾਂ ਸਪਾਂਸਰਾਂ ਦੇ ਵਿੱਚ ਸ਼ਾਮਿਲ ਸਨ ਜਿਹੜੇ ਵੀ ਇਹ ਸੰਮੇਲਨ ਹੋਏ ਹੈ। ਦੋਵਾਂ ਦੇਸ਼ਾਂ ਦੇ ਵਿੱਚ ਇੱਕ ਡਿਪਲੋਮੈਟ ਜਿਸ ਨੇ ਆਪਣਾ ਨਾਮ ਨਾ ਦੱਸਣ ਦੇ ਲਈ ਕਿਹਾ ਹੈ, ਉਹਨਾਂ ਨੇ ਆਪਣੀ ਆਲੋਚਨਾ ਦਾ ਪੱਖ ਪੂਰਦਿਆਂ ਹੋਇਆ ਕਿਹਾ ਹੈ ਕਿ ਇਹ ਜਿਹੜਾ ਚੱਕਿਆ ਹੋਇਆ ਕਦਮ ਹੈ ਇਹ ਸੰਯੁਕਤ ਰਾਸ਼ਟਰ ਨੂੰ ਹੋਰ ਵੀ ਇਸ ਦੇ ਵਿੱਚ ਜਿਹੜਾ ਵੰਡ ਹੈ ਉਹ ਪਾ ਦੇਵੇਗਾ। ਸੋ ਇਹ ਸੀਗੀ ਸਾਡੀ ਵੀਟੋ ਪਾਵਰ ਨਾਲ ਸੰਬੰਧਿਤ ਜਿਹੜੀ ਹੈ ਜਾਣਕਾਰੀ। ਤੀਜੀ ਖਬਰ। ਚੌਥੀ ਖਬਰ ਸਾਡੇ ਕੋਲ ਆਈ ਹੈ ਕੋਲਾ ਪਾਵਰ ਉਤਪਾਦਨ ਨਾਲ ਸੰਬੰਧਿਤ। ਖਬਰ ਕੀ ਹੈ ਕਿ ਚੀਨ ਨੇ 2021 ਦੇ ਵਿੱਚ ਗਲੋਬਲ ਕੋਲਾ ਪਾਵਰ ਵਿਸਥਾਰ ਦੀ ਅਗਵਾਈ ਕੀਤੀ ਸੀ, ਜਿਸ ਦੇ ਵਿੱਚ ਲਗਭਗ 25,000 ਮੈਗਾਵਾਟ ਦੇ ਨਵੇਂ ਪਲਾਂਟ ਹੈਗੇ ਆ ਉਦੋਂ ਸੀਗੇ। ਇਸ ਤੋਂ ਬਾਅਦ ਭਾਰਤ ਦੇ ਵਿੱਚ ਲਗਭਗ 6100 ਮੈਗਾਵਾਟ ਦੇ ਨਾਲ ਗਲੋਬਲ ਐਨਰਜੀ ਮਾਨੀਟਰ ਦੀ ਰਿਪੋਰਟ ਤਿਆਰ ਕੀਤੀ ਗਈ ਸੀਗੀ ਆਈ ਹੈ, ਜੋ ਵਿਕਾਸ ਜਾਂ ਤੈਨਾਤੀ ਦੇ ਤਹਿਤ ਕੋਲਾ ਪਾਵਰ ਸਮਰਥਨ ਦਾ ਸਾਲਾਨਾ ਸਰਵੇਖਣ ਕਰਦਾ ਹੈ। ਹੁਣ ਦੇਖੋ ਅਸੀਂ ਜਾਣਦੇ ਹਾਂ ਇਸ ਨਾਲ ਸੰਬੰਧਿਤ ਜਿਹੜਾ ਵੇਰਵਾ ਹੈ 15 ਦੀ ਗੱਲ ਕਰਦੇ ਹਾਂ ਤਾਂ 15 ਤੋਂ ਬਾਅਦ 2015 ਤੋਂ ਬਾਅਦ ਪਹਿਲੀ ਵਾਰ 2020 ਦੇ ਵਿੱਚ ਜਿਹੜਾ ਵਾਧਾ ਹੋਇਆ, ਉਸ ਤੋਂ ਬਾਅਦ ਵਿਕਾਸ ਅਧੀਨ
ਕੁੱਲ ਕੋਲਾ ਬਿਜਲੀ ਸਮਰੱਥਾ ਪਿਛਲੇ ਸਾਲ 525 ਗੀਗਾਵਾਟ ਤੋਂ ਘੱਟ ਹੋ ਕੇ 457 ਗੀਗਾਵਾਟ ਹੈ ਜਿਹੜਾ ਉਹਨਾਂ ਦੇ ਰਿਕਾਰਡ ਦੇ ਹੇਠਲੇ ਪੱਧਰ ਤੇ ਆ ਡਿੱਗੀ ਹੈ। 34 ਦੇਸ਼ ਨਵੇਂ ਕੋਲਾ ਪਲਾਂਟਾਂ ਤੇ ਵਿਚਾਰ ਕਰ ਰਹੇ ਹੈ, ਜੋ ਕਿ ਜਨਵਰੀ 2021 ਦੇ ਵਿੱਚ ਇਹਨਾਂ ਦੀ 41 ਦੇਸ਼ਾਂ ਤੋਂ ਜਿਹੜੀ ਇਹਨਾਂ ਦੀ ਗਿਣਤੀ ਹੈ ਉਹ ਘੱਟ ਹੈ। ਹੁਣ ਚੀਨ ਹੋ ਗਿਆ, ਦੱਖਣੀ ਕੋਰੀਆ ਤੇ ਜਾਪਾਨ ਨੇ ਦੂਜੇ ਦੇਸ਼ਾਂ ਵਿੱਚ ਨਵੇਂ ਕੋਲਾ ਪਲਾਂਟਾਂ ਨੂੰ ਵੰਡ ਦੇਣਾ ਬੰਦ ਕਰਨ ਦਾ ਦਾਅਵਾ ਕੀਤਾ ਹੈ, ਪਰ ਚੀਨ ਨੇ ਨਵੇਂ ਕੋਲਾ ਪਲਾਂਟਾਂ ਦੇ ਘਰੇਲੂ ਵਿਕਾਸ ਦੇ ਵਿੱਚ ਵਿਸ਼ਵ ਪੱਧਰ ਤੇ ਅਗਵਾਈ ਕਰਨੀ ਜਾਰੀ ਰੱਖੀ ਹੈ, ਜਿਸ ਨਾਲ ਬਾਕੀ ਦੁਨੀਆ ਦੇ ਸੰਯੁਕਤ ਨਾਲੋਂ ਵਧੇਰਾ ਕੋਲਾ ਸਮਰੱਥਾ ਹੈ ਜਿਹੜੀ ਉਹ ਚਾਲੂ ਕੀਤੀ ਗਈ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜਲਵਾਯੂ ਪਰਿਵਰਤਨ ਤੇ ਅੰਤਰ ਸਰਕਾਰੀ ਪੈਨਲ ਨੇ ਕਿਹਾ ਸੀਗਾ ਕਿ ਨਵੇਂ ਕੋਲਾ ਪਲਾਂਟਾਂ ਦੇ ਲਈ ਕੋਈ ਕਾਰਬਨ ਬਜਟ ਨਹੀਂ ਬਚਿਆ ਹੈ, ਤੇ ਇਹ ਵੀ ਕਿਹਾ ਕਿ ਪੈਰਿਸ ਸਮਝੌਤੇ ਦੇ ਅਨੁਸਾਰ ਵਿਸ਼ਵ ਵਿਆਪੀ ਤਾਪਮਾਨ ਦੇ ਵਿੱਚ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੋਂ ਹੇਠਾਂ ਸੀਮਤ ਕਰਨ ਦੇ ਲਈ 2030 ਤੱਕ ਯਾਨੀ ਕਿ 19 ਦੇ ਪੱਧਰ ਤੋਂ ਅਸੀਂ ਵਿਚਾਰੀਏ ਤਾਂ ਕੋਲੇ ਦੀ ਵਰਤੋਂ ਦੇ ਵਿੱਚ 75% ਗਿਰਾਵਟ ਦੀ ਜਿਹੜੀ ਹੈ ਉਹ ਸਾਨੂੰ ਲੋੜ ਹੈ। ਸੋ ਇਹ ਸੀਗੀ ਸਾਡੀ ਚੌਥੀ ਖਬਰ ਜੋ ਕੋਲਾ ਪਾਵਰ ਉਤਪਾਦਨ ਦੇ ਨਾਲ ਸੰਬੰਧਿਤ ਸੀਗੀ। ਆਓ ਅਸੀਂ ਜਾਣਦੇ ਹਾਂ ਇਸ ਨਾਲ ਸੰਬੰਧਿਤ ਕੁਝ ਪ੍ਰਸ਼ਨਾਂ ਦਾ ਵੇਰਵਾ। ਜਿਵੇਂ ਕਿ ਅਸੀਂ ਜਿਹੜੀ ਸਾਡੀ ਪਹਿਲੀ ਹੈਡਿੰਗ ਸੀਗੀ ਉਹ MSP ਬਾਰੇ ਪੜਿਆ ਸੀਗਾ। ਸੋ ਇਦਾਂ ਦੇ ਜਿਹੜੇ ਤੁਹਾਨੂੰ ਕੁਐਸਚਨ ਹੈ ਉਹ ਪੇਪਰ ਦੇ ਵਿੱਚ ਆ ਸਕਦੇ ਆ। ਜਿਵੇਂ ਕਿ ਸਾਡਾ ਪਹਿਲਾ ਕੁਐਸਚਨ ਹੈ ਇੱਥੇ, ਘੱਟੋ ਘੱਟ ਸਮਰਥਨ ਮੁੱਲ ਦੇ ਸੰਬੰਧ ਦੇ ਵਿੱਚ ਹੇਠ ਲਿਖੇ ਕਥਨਾਂ ਤੇ ਵਿਚਾਰ ਕਰੋ। ਹੁਣ ਇਸ ਨਾਲ ਸੰਬੰਧਿਤ ਲਿਖਿਆ ਹੋਇਆ ਹੈ ਕਿ ਹੇਠ ਦਿੱਤੇ ਜਿਹੜੇ ਆਨਸਰਸ ਹੈ ਤਾਂ ਉਹਨਾਂ ਚੋਂ ਸਹੀ ਵਿਕਲਪ ਦੀ ਤੁਸੀਂ ਚੋਣ ਕਰ ਸਕਦੇ ਆ। ਹੁਣ ਇਹਨਾਂ ਦੇ ਵਿੱਚ MSP ਦੇਖੋ, ਪਹਿਲਾ ਜਿਹੜੀ ਹੈ ਆਪਸ਼ਨ ਬਣਦੀ ਹੈ ਸਾਡੀ MSP ਭਾਰਤ ਸਰਕਾਰ ਵੱਲੋਂ ਉਤਪਾਦਕਾਂ ਕਿਸਾਨਾਂ ਨੂੰ ਬੰਪਰ ਉਤਪਾਦਾਂ ਦੇ ਸਾਲਾਂ ਦੌਰਾਨ ਕੀਮਤਾਂ ਵਿੱਚ ਬਹੁਤ ਜ਼ਿਆਦਾ ਗਿਰਾਵਟ ਤੋਂ ਬਚਾਉਣ ਦੇ ਲਈ ਤੈਅ ਕੀਤੀ ਗਈ ਇੱਕ ਕੀਮਤ ਹੈ, ਜਾਂ ਖੇਤੀਬਾੜੀ ਲਾਗਤਾਂ ਦੀ ਕੀਮਤ ਲਈ ਕਮਿਸ਼ਨ ਬਿਜਾਈ ਦੇ ਮੌਸਮ ਦੇ ਲਈ MSP ਹੈ ਜਿਹੜਾ ਉਹ ਤੈਅ ਕਰਦਾ ਹੈ, ਜਾਂ MSP ਕੁੱਲ 22 ਲਾਜ਼ਮੀ ਫਸਲਾਂ ਨੂੰ ਕਵਰ ਕਰਦਾ ਹੈ। ਜਦੋਂ ਕਿ ਅਸੀਂ ਖਬਰ ਪੜ੍ਹੀ ਸੀਗੀ ਤਾਂ ਸਾਡੀ ਜਿਹੜੀ ਖਬਰ ਸੀਗੀ ਉਹ ਇਸ ਜਿਹੜੀ ਵਿਚਾਰਧਾਰਾ ਹੈ, ਸਾਡਾ ਪਹਿਲਾ ਆਪਸ਼ਨ ਹੈਗੀ ਹੈ ਬੰਪਰ ਉਤਪਾਦਨ, ਕਿਸਾਨਾਂ ਨੂੰ ਬੰਪਰ ਉਤਪਾਦਨ ਦੇ ਸਾਲਾਂ ਦੌਰਾਨ ਕੀਮਤਾਂ ਵਿੱਚ ਬਹੁਤ ਜ਼ਿਆਦਾ ਗਿਰਾਵਟ ਤੋਂ ਬਚਾਉਣ ਦੇ ਲਈ ਤੈਅ ਕੀਤੀ ਗਈ ਇੱਕ ਕੀਮਤ ਹੈ, ਅਸੀਂ ਇਹ ਪੜ੍ਹਿਆ ਸੀ। ਤੇ ਦੂਜੀ ਜਿਹੜੀ ਹੈ ਸਾਡੀ ਥਰਡ ਆਪਸ਼ਨ ਹੈਗੀ ਹੈ, ਇਹ ਵੀ ਅਸੀਂ ਜਿਹੜੀ ਹੈ MSP ਦੇ ਨਾਲ ਅਸੀਂ ਗੱਲ ਕਰਦੇ ਹਾਂ ਤਾਂ ਇਹ ਪੜ੍ਹੀ ਸੀਗੀ। ਸੋ ਇਹਨਾਂ ਚੋਂ ਏਦਾਂ ਹੀ ਜਿਹੜੇ ਇਹ ਕੁਐਸਚਨ ਹੈ ਉਹ ਅੱਗੇ ਤੋਂ ਅੱਗੇ ਪੁੱਟ ਹੋਣਗੇ। ਦੇਖੋ ਇਹਨਾਂ ਦੇ ਵਿੱਚ ਵੀ ਅਸੀਂ ਵਿਚਾਰ ਕਰਦੇ ਆ ਤਾਂ ਇੱਥੇ ਜਿਹੜਾ ਸਾਡਾ ਇਹ ਆਨਸਰ ਹੈਗਾ ਉਹ ਪਹਿਲਾ ਅਤੇ ਸਾਡਾ ਤੀਆ ਜਿਹੜਾ ਉਹ ਸਹੀ ਹੋਏਗਾ। ਹੁਣ ਜਿਹੜਾ ਦੂਜੇ ਕੁਐਸਚਨ ਹੈ, ਦੂਜੇ ਤੇ ਚੱਲਦੇ ਆ। ਇਸ ਦੇ ਨਾਲ ਜਿਹੜੀ ਸਾਡੀ ਦੂਜੀ ਖਬਰ ਆਈ ਸੀਗੀ ਉਹ ਯੈਲੋ ਵੈਸਟ ਰੋਸ ਪ੍ਰਦਰਸ਼ਨ ਦੇ ਬਾਰੇ ਸੀਗੀ। ਹੁਣ ਇਸ ਦੇ ਵਿੱਚ ਕੀ ਸੀਗਾ ਕਿ ਫਰਾਂਸ ਦੇ ਵਿੱਚ ਇੰਧਨ ਦੀਆਂ ਸਾਨੂੰ ਆਪਸ਼ਨ ਮਿਲੀ ਹੈ ਕਿ ਫਰਾਂਸ ਦੇ ਵਿੱਚ ਇੰਧਨ ਦੀਆਂ ਵੱਧਦੀਆਂ ਕੀਮਤਾਂ ਦੇ ਨਾਲ ਇਹ ਸੰਬੰਧਿਤ ਸੀਗਾ ਰੋਸ ਪ੍ਰਦਰਸ਼ਨ, ਜਾਂ ਹੰਗਰੀ ਦੇ ਵਿੱਚ ਤਾਨਾਸ਼ਾਹ ਸ਼ਾਸਨ ਦੇ ਵਿਰੁੱਧ ਸੀ, ਜਾਂ ਤੁਰਕੀ ਦੇ ਵਿੱਚ ਧੋਖਾਧੜੀ ਵਾਲੀਆਂ ਚੋਣਾਂ ਦੇ ਵਿਰੁੱਧ, ਜਾਂ ਹਾਂਗਕਾਂਗ ਦੇ ਵਿੱਚ ਚੀਨੀ ਵਿਸਥਾਰ ਦੇ ਵਿਰੁੱਧ ਸੀ। ਸੋ ਜਦੋਂ ਪੜਿਆ ਸੀਗਾ ਤਾਂ ਇੱਥੇ ਇਹ ਫਰਾਂਸ ਦੇ ਨਾਲ ਇੰਧਨ ਦੀਆਂ ਵੱਧਦੀਆਂ ਕੀਮਤਾਂ ਦੇ ਨਾਲ ਸੰਬੰਧਿਤ ਸੀਗਾ ਇਹ ਰੋਸ ਪ੍ਰਦਰਸ਼ਨ, ਯਾਨੀ ਕਿ ਯੈਲੋ ਵੈਸਟ ਦਾ ਰੋਸ ਪ੍ਰਦਰਸ਼ਨ। ਸੋ ਸਾਡਾ ਜਿਹੜਾ ਆਨਸਰ ਆ ਉਹ ਇਹ ਜਿਹੜਾ ਹੈਗਾ ਵਿਕਲਪ ਉਹ ਸਹੀ ਹੋਵੇਗਾ। ਹੁਣ ਇਸ ਤੋਂ ਬਾਅਦ ਚੱਲਦੇ ਆ ਨੈਕਸਟ, ਇਹਨਾਂ ਵਿੱਚੋਂ ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਬਾਰੇ ਪੜਿਆ ਸੀਗਾ। ਹੁਣ ਇਹਨਾਂ ਦੇ ਵਿੱਚੋਂ ਕਿਹੜਾ ਉਹ ਦੇਸ਼ ਹੈ ਜਿਹੜਾ ਉਹ ਇਸ ਦਾ ਸਥਾਈ ਮੈਂਬਰ ਹੈ? ਉਹ ਨਹੀਂ ਹੈ ਚੀਨ ਹੈ, ਜਰਮਨੀ ਹੈ, ਯੂਨਾਈਟਿਡ ਕਿੰਗਡਮ ਹੈ, ਜਾਂ ਸੰਯੁਕਤ ਰਾਜ ਹੈ। ਸੋ ਚੀਨ ਬਾਰੇ ਵੀ ਅਸੀਂ ਪੜਿਆ ਸੀਗਾ, ਯੂਨਾਈਟਿਡ ਕਿੰਗਡਮ ਬਾਰੇ ਵੀ ਅਸੀਂ ਪੜਿਆ ਸੀਗਾ, ਸੰਯੁਕਤ ਰਾਜ ਬਾਰੇ ਅਸੀਂ ਪੜਿਆ। ਸੋ ਜਰਮਨੀ ਹੈ ਜਿਹੜਾ ਉਹ ਇਸ ਦਾ ਸਥਾਈ ਮੈਂਬਰ ਹੈ, ਉਹ ਨਹੀਂ ਹੈ। ਸੋ ਇਸ ਕਰਕੇ ਜਰਮਨੀ ਹੈ ਜਿਹੜਾ ਉਹ ਸਾਡਾ ਆਨਸਰ ਇਸ ਦਾ ਥਰਡ ਦਾ ਹੋਏਗਾ, ਤੀਜੇ ਦਾ ਉੱਤਰ ਹੋਏਗਾ। ਸੋ ਚੌਥਾ ਇਸ ਦੇ ਨਾਲ ਚੌਥੀ ਖਬਰ ਜਿਹੜੀ ਸੀਗੀ ਆਪਾਂ ਨੇ ਕੋਲੇ ਦੇ ਨਾਲ ਸੰਬੰਧਿਤ ਪੜ੍ਹੀ ਸੀਗੀ। ਹੁਣ ਇਸ ਦੇ ਵਿੱਚ ਹੈ ਕਿ ਭਾਰਤ ਦੇ ਵਿੱਚ ਕੋਲੇ ਦੀ ਸ਼ਕਤੀ ਦੇ ਸੰਬੰਧ ਦੇ ਵਿੱਚ ਹੇਠ ਲਿਖੇ ਕਥਨਾਂ ਤੇ ਵਿਚਾਰ ਕਰੋ। ਸੋ ਪਹਿਲੀ ਜਿਹੜੀ ਸਾਡੀ ਆਪਸ਼ਨ ਹੈ, ਭਾਰਤ ਆਪਣੀ ਬਿਜਲੀ ਦਾ ਲਗਭਗ 75% ਕੋਲਾ ਥਰਮਲ ਪਾਵਰ ਪਲਾਂਟਾਂ ਤੋਂ ਪੈਦਾ ਕਰਦਾ। ਇੱਥੇ ਹੈ ਕਿ ਸੈਕੰਡ ਆਪਸ਼ਨ ਆਪਣੇ ਕੋਲ ਆਈ ਹੈ, ਸੈਕੰਡ ਜਿਹੜਾ ਹੈਗੀ ਹੈ ਉਹ ਆਈ ਹੈ ਐਂਥਰਾਸਾਈਟ ਭਾਰਤ ਦੇ ਵਿੱਚ ਪਾਈ ਜਾਣ ਵਾਲੀ ਕੋਲੇ ਦੀ ਸਭ ਤੋਂ ਵੱਧ ਮਾਤਰਾ ਹੈ। ਹੁਣ ਇਸ ਨਾਲ ਸੰਬੰਧਿਤ ਅਸੀਂ ਇਸ ਦਾ ਲਗਭਗ ਜਿਹੜਾ ਉਹ ਹਿੱਸਾ ਇਸ ਨਾਲ ਇਨਫੋਰਮੇਸ਼ਨ ਹੈ ਜਿਹੜੀ ਅਸੀਂ ਪੜ੍ਹੀ ਹੈ। ਸੋ ਇਸ ਕਰਕੇ ਜਿਹੜਾ ਸਾਡਾ ਚੌਥਾ
ਚੌਥੇ ਕੁਐਸਚਨ ਦਾ ਜਿਹੜਾ ਏ ਵਿਕਲਪ ਹੈ, ਏ ਆਪਸ਼ਨ ਜਿਹੜੀ ਹੈਗੀ ਹੈ ਸਾਡੇ ਕੋਲ ਉਹ ਸਹੀ ਜਾਵੇਗੀ। ਸੋ ਇਸ ਤਰ੍ਹਾਂ ਜਿਹੜਾ ਇਹ ਸਾਡੇ ਕੁਐਸਚਨਸ ਹੈਗੇ ਆ, ਇਹਨਾਂ ਦਾ ਸਹੀ ਜਿਹੜੇ ਆਨਸਰਸ ਹੈ ਉਹਨਾਂ ਦਾ ਨੀਚੇ ਜਿਹੜਾ ਵੇਰਵਾ ਉਹ ਸਾਨੂੰ ਦਿੱਤਾ ਗਿਆ। ਸੋ ਇਸ ਦੇ ਨਾਲ ਹੀ ਇਸ ਤਰ੍ਹਾਂ ਦੇ ਕੁਐਸਚਨ ਹੈ ਜਿਹੜੇ ਉਹ ਤੁਹਾਨੂੰ ਇਸ ਜਾਣਕਾਰੀ ਨਾਲ ਸੰਬੰਧਿਤ ਹੈ ਜਿਹੜੇ ਉਹ ਪੇਪਰ ਦੇ ਵਿੱਚ ਆ ਸਕਦੇ। ਸੋ ਇਸ ਦੇ ਨਾਲ ਹੀ ਸਾਡਾ ਕਰੰਟ ਅਫੇਅਰਸ ਦਾ ਜੋ ਅੱਜ ਦਾ ਟੌਪਿਕ ਹੈ ਖਤਮ ਹੁੰਦਾ ਹੈ। ਧੰਨਵਾਦ।